ਅੱਜ ਆਪਾਂ ਕਰਨਾ ਆ ਅਸੈਸਮੈਂਟ ਆਫ ਹਿੰਦੂ ਅਨਡਿਵਾਈਡਡ ਫੈਮਿਲੀ। ਇਹ 'ਚ ਆਪਾਂ ਇਹ ਦੇਖਾਂਗੇ ਕਿ ਅਗਰ ਹਿੰਦੂ ਅਨਡਿਵਾਈਡਡ ਫੈਮਿਲੀ ਹੈ ਤਾਂ ਟੈਕਸ ਦੀ ਕੈਲਕੂਲੇਸ਼ਨ ਕਿਸ ਤਰ੍ਹਾਂ ਹੋਣੀ ਹੈ, ਇਨਕਮ ਦੀ ਕੈਲਕੂਲੇਸ਼ਨ ਕਿਸ ਤਰ੍ਹਾਂ ਹੋਣੀ ਹੈ। ਇਨਕਮ ਟੈਕਸ ਦੇ ਵਿੱਚ ਐਚਯੂਐਫ ਨੂੰ ਇੱਕ ਸਪੈਸ਼ਲ ਸਟੇਟਸ ਪ੍ਰੋਵਾਈਡ ਕੀਤਾ ਜਾਂਦਾ। ਇਹਨੂੰ ਇੱਕ ਸੈਪਰੇਟ ਯੂਨਿਟ ਦੀ ਤਰ੍ਹਾਂ ਇਹਦੀ ਇਨਕਮ ਕੈਲਕੂਲੇਟ ਕੀਤੀ ਜਾਂਦੀ ਹੈ, ਕਿਉਂਕਿ ਆਪਾਂ ਬਿਜ਼ਨਸ ਵਿੱਚ ਮੋਸਟਲੀ ਪੜ੍ਹਦੇ ਹਾਂ ਜਿਹੜੀ ਹਿੰਦੂ ਅਨਡਿਵਾਈਡਡ ਫੈਮਿਲੀ ਆ, ਅਗਰ ਉਹ ਆਪਣੇ ਲੋਨ ਬਿਜ਼ਨਸ ਚੋਂ ਨਹੀਂ ਪੇ ਕਰ ਪਾਉਂਦੇ, ਉਹਨਾਂ ਦੀ ਪਰਸਨਲ ਪ੍ਰੋਪਰਟੀ ਲਾਇਬਲ ਹੁੰਦੀ ਹੈ ਟੈਕਸ ਪੇ ਕਰਨ ਲਈ। ਇਹ 'ਚ ਆਪਾਂ ਜਿਹੜਾ ਬਿਜ਼ਨਸ ਆ ਅਤੇ ਜਿਹੜੀ ਹਿੰਦੂ ਅਨਡਿਵਾਈਡਡ ਫੈਮਿਲੀ ਆ ਉਹਨੂੰ ਡਿਫਰੈਂਟ ਨਹੀਂ ਮੰਨਦੇ, ਮਤਲਬ ਸੇਮ ਯੂਨਿਟ ਮੰਨਦੇ ਆ। ਜਿਵੇਂ ਆਪਾਂ ਸੋਲ ਪ੍ਰੋਪਰੇਟਰ 'ਚ ਕਹਿੰਦੇ ਆ ਕਿ ਜਿਹੜਾ ਬਿਜ਼ਨਸ ਆ ਅਤੇ ਓਨਰ ਆ ਉਹ ਸੇਮ ਆ। ਅਗਰ ਉਹਦੀ ਬਿਜ਼ਨਸ ਦੀ ਪ੍ਰੋਪਰਟੀ ਉਹਦੇ ਲੋਨ ਪੇਬਲ ਨਹੀਂ ਕਰ ਪਾਉਂਦੇ, ਉਹਦੀ ਪਰਸਨਲ ਪ੍ਰੋਪਰਟੀ ਲਈ ਇਸੀ ਕੰਡੀਸ਼ਨ ਆ ਐਚਯੂਐਫ 'ਚ। ਬਟ ਇਨਕਮ ਟੈਕਸ ਦੇ ਵਿੱਚ ਇਹ ਕੀ ਕਰਦੇ ਆ, ਐਚਯੂਐਫ ਨੂੰ ਇੱਕ ਸੈਪਰੇਟ ਯੂਨਿਟ ਮੰਨਦੇ ਆ ਉਹਦੇ ਓਨਰ ਦੇ ਨਾਲੋਂ। ਠੀਕ ਆ। ਅਤੇ ਐਚਯੂਐਫ ਜੋ ਵੀ ਆ ਉਹ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ +1 +2 'ਚ, ਉਹਦੇ ਬਾਰੇ ਮੈਂ ਜ਼ਿਆਦਾ ਨਹੀਂ ਦੱਸਾਂਗੇ। ਆਪਾਂ ਇਹ ਦੇਖਣਾ ਕਿ ਐਚਯੂਐਫ ਨੂੰ ਕਿਸ ਤਰ੍ਹਾਂ ਟਰੀਟ ਕੀਤਾ ਜਾਂਦਾ ਇਨਕਮ ਟੈਕਸ ਦੇ ਵਿੱਚ। ਐਚਯੂਐਫ ਦਾ ਸਟੇਟਸ ਕਲੇਮ ਕਰਨ ਦੇ ਲਈ ਫੈਮਿਲੀ ਨੂੰ ਬੇਸਿਕਲੀ 2 ਕੰਡੀਸ਼ਨਾਂ ਸੈਟਿਸਫਾਈ ਕਰਨੀਆਂ ਪੈਂਦੀਆਂ ਨੇ। ਸਭ ਤੋਂ ਪਹਿਲਾਂ ਤਾਂ ਕਾਮਨ ਪ੍ਰੋਪਰਟੀ ਹੋਣੀ ਚਾਹੀਦੀ ਹੈ। ਅਗਰ ਕਾਮਨ ਪ੍ਰੋਪਰਟੀ ਹੈ ਜਿਹੜੀ ਕਿਸੇ ਮੇਲ ਪਰਸਨ ਨੂੰ ਉਹਨੂੰ ਵਿਰਾਸਤ 'ਚ ਮਿਲੀ ਹੈ ਜਾਂ ਉਹਨੇ ਖੁਦ ਐਕਵਾਇਰ ਕੀਤੀ ਹੈ ਅਤੇ ਅੱਗੇ ਉਹ ਆਪਣੇ ਫੈਮਿਲੀ ਮੈਂਬਰਸ ਨਾਲ ਰਲ ਕੇ ਉਸ 'ਤੇ ਬਿਜ਼ਨਸ ਕਰਨਾ ਚਾਹੁੰਦਾ ਆ। ਠੀਕ ਆ। ਜਾਂ ਫਿਰ ਉਹਨੇ ਆਪਣੀ ਇਨਕਮ ਦੇ ਦੁਆਰਾ ਕੋਈ ਪ੍ਰੋਪਰਟੀ ਐਕਵਾਇਰ ਕਰ ਲਈ ਅਤੇ ਉਹਨੂੰ ਕਾਮਨ ਪੂਲ 'ਚ ਪਾਤਾ ਕਿ ਹੁਣ ਸਾਰੇ ਬ੍ਰਦਰ ਐਂਡ ਸਿਸਟਰ ਰਲ ਕੇ ਉਸ ਬਿਜ਼ਨਸ ਨੂੰ ਚਲਾਉਣਗੇ, ਤਾਂ ਆਪਣਾ ਕੀ ਹੈ ਉਹ ਐਚਯੂਐਫ ਦਾ ਸਟੇਟਸ ਕਲੇਮ ਕਰ ਸਕਦਾ। ਮਤਲਬ ਕਿ ਕਾਮਨ ਪ੍ਰੋਪਰਟੀ ਹੋਣੀ ਚਾਹੀਦੀ ਹੈ। ਅਗਰ ਕਾਮਨ ਪ੍ਰੋਪਰਟੀ ਨਹੀਂ ਹੈ ਤਾਂ ਐਚਯੂਐਫ ਦਾ ਸਟੇਟਸ ਕਲੇਮ ਨਹੀਂ ਕਰ ਸਕਦੇ। ਦੂਸਰਾ, existence of Hindu co-operancy means when there is a person who can claim share in a property of HUF on a family petition is a co-personal। ਜਦੋਂ HUF ਦੀ ਆਪਸ 'ਚ ਪਾਰਟੀਸ਼ਨ ਹੁੰਦੀ ਹੈ, ਪਾਰਟੀਸ਼ਨ ਮੀਨਸ ਵੰਡ ਵੰਡਈਆ ਹੁੰਦਾ ਆ, ਤਾਂ ਉਸ ਕੇਸ ਦੇ ਵਿੱਚ ਜੇ ਤਾਂ ਉਹ ਪਾਰਟਨਰ ਆਪਣਾ ਸ਼ੇਅਰ ਕਲੇਮ ਕਰ ਸਕਦਾ ਤਾਂ ਉਹਨੂੰ ਕੋ ਪਰਸਨਰ ਕਹਿੰਦੇ ਆ। ਜੇ ਨਹੀਂ ਕਲੇਮ ਕਰ ਫਿਰ ਕੋ ਪਰਸਨਰ ਨਹੀਂ ਕਹਿੰਦੀ। ਅਗਰ ਕੋ ਪਰਸਨਰ ਹੋਊਗਾ ਤਦੇ HUF, ਅਦਰਵਾਈਜ਼ HUF ਨਹੀਂ ਹੈਗੀ। ਠੀਕ ਹੈ। ਇਟ ਮੀਨਸ ਸਿੰਗਲ ਪਰਸਨ ਕਦੇ ਵੀ HUF ਨਹੀਂ ਬਣਾ ਸਕਦਾ। ਕੋ ਪਰਸਨਰ ਇਜ਼ ਅਸੈਂਸ਼ੀਅਲ ਆ ਐਚਯੂਐਫ ਦਾ ਸਟੇਟਸ ਕਲੇਮ ਕਰਨ ਦੇ ਲਈ। ਸੋ 2 ਚੀਜ਼ਾਂ ਆ ਗਈਆਂ, ਇੱਕ ਤਾਂ ਕਾਮਨ ਪ੍ਰੋਪਰਟੀ, ਇੱਕ ਕੋ ਪਰਸਨਰ ਹੋਣਾ ਜ਼ਰੂਰੀ ਆ ਜਿਹੜਾ ਆਪਣੇ ਨਾਲ ਪ੍ਰੋਪਰਟੀ ਨੂੰ ਸ਼ੇਅਰ ਕਰਦਾ ਵਿਰਾਸਤ ਨਾਲ, ਕਿ ਆਪਣੇ ਬ੍ਰਦਰ ਸਿਸਟਰ ਫਾਦਰ ਜਾਂ ਜੋ ਵੀ ਆਉਂਦੇ ਆਪਣੇ ਫੈਮਿਲੀ ਮੈਂਬਰਸ ਉਹ ਆਉਂਦੇ ਆ ਕੋ ਪਰਸਨਰ। ਐਚਯੂਐਫ ਦੇ ਵਿੱਚ ਮੋਸਟਲੀ ਮੇਲ ਫੀਮੇਲ ਮਾਈਨਰ ਮੇਜਰ ਸਾਰੇ ਆਉਂਦੇ ਆ। ਸਾਰੇ ਮੈਂਬਰ ਆ ਜਿਹੜੇ ਉਹ ਐਚਯੂਐਫ ਦੇ ਕੋ ਪਰਸਨਰ ਹੁੰਦੇ ਆ। ਕੋ ਪਰਸਨਰ ਦੇ ਵਿੱਚ ਉਹ ਮੈਂਬਰ ਇਨਕਲੂਡ ਨੇ ਜਿਨ੍ਹਾਂ ਨੇ ਜਿਹੜੀ ਪ੍ਰੋਪਰਟੀ ਐਕਵਾਇਰ ਕੀਤੀ ਕਿਉਂਕਿ ਉਸ ਫੈਮਿਲੀ 'ਚ ਬਰਥ ਹੋਇਆ ਆ, ਜਾਂ ਪਾਰਟੀਸ਼ਨ 'ਚੋਂ ਰਾਈਟ ਕਲੇਮ ਕਰ ਸਕਦਾ ਹੈ, ਜਾਂ ਫਿਰ ਮੈਰਿਜ ਤੋਂ ਬਾਅਦ ਉਸ ਫੈਮਿਲੀ ਦਾ ਹਿੱਸਾ ਬਣ ਚੁੱਕੇ ਆ, ਉਸ ਕੇਸ ਦੇ ਵਿੱਚ ਆਉਂਦੇ ਆ। ਔਰ ਤੁਸੀਂ 2 ਸਕੂਲ ਵੀ ਪੜ੍ਹੇ ਹੋਣੇ +2 'ਚ ਬਿਜ਼ਨਸ ਸਟੱਡੀ 'ਚ, ਮਿਤਾਕਸ਼ਰਾ ਸਕੂਲ ਅਤੇ ਦਬੱਗਿਆ ਸਕੂਲ। ਮਿਤਾਕਸ਼ਰਾ ਸਕੂਲ ਕੀ ਕਹਿੰਦਾ ਸੀਗਾ ਕਿ ਸਿਰਫ ਜਿਹੜਾ ਮੇਲ ਚਾਈਲਡ ਆ ਉਹਨੂੰ ਹੀ ਰਾਈਟ ਇਹ ਆ ਪ੍ਰੋਪਰਟੀ ਐਕਵਾਇਰ ਕਰਨ ਦਾ, ਅਤੇ ਜਿਹੜਾ ਐਲਡੈਸਟ ਮੇਲ ਮੈਂਬਰ ਹੋਊਗਾ ਉਹ ਕੀ ਹੋਊਗਾ, ਕਰਤਾ ਹੋਊਗਾ, ਬਾਕੀ ਉਹਨੂੰ ਮੈਨੇਜ ਕਰਨਗੇ, ਅਤੇ ਜਿਹੜੀ ਫੀਮੇਲ ਆ ਉਹਦਾ ਸ਼ੇਅਰ ਕੋਈ ਨਹੀਂ ਹੋਊਗਾ। ਬਟ ਠੀਕ ਆ। ਅਤੇ ਜਿਹੜੇ ਐਲਡੈਸਟ ਸਨ ਆ ਉਹ ਆਪਣਾ ਜਿਹੜਾ ਪ੍ਰੋਪਰਟੀ 'ਚ ਸ਼ੇਅਰ ਐਕਵਾਇਰ ਕਰ ਸਕਦਾ ਆ ਪਾਰਟੀਸ਼ਨ 'ਤੇ, ਬੇਸ਼ੱਕ ਉਹਦਾ ਜਿਹੜਾ ਫਾਦਰ ਆ ਉਸ ਫੈਮਿਲੀ 'ਚ ਸਰਵਾਈਵ ਕਰ ਰਿਹਾ। ਬਟ ਦਬੱਗਿਆ ਰੂਲ ਕੀ ਕਹਿੰਦਾ ਹੈ ਕਿ ਮੇਲ ਚਾਈਲਡ ਉਦੋਂ ਤੱਕ ਆਪਣਾ ਸ਼ੇਅਰ ਨਹੀਂ ਲੈ ਸਕਦਾ ਜਦ ਤੱਕ ਉਹਦੇ ਫਾਦਰ ਜਿਉਂਦੇ ਨੇ। ਔਰ ਡਿਊਰਿੰਗ ਦ ਲਾਈਫ ਟਾਈਮ ਇਨਕਮ ਆ ਜਿਹੜੀ ਉਹ ਐਂਸੈਸਟਰਲ ਪ੍ਰੋਪਰਟੀ 'ਚ ਇਨਕਲੂਡ ਕੀਤੀ ਜਾਊਗੀ, ਉਹਦੀ ਇੰਡੀਵਿਜੂਅਲ ਇਨਕਮ ਵੀ। ਮਤਲਬ ਡਿਊਰਿੰਗ ਦ ਲਾਈਫ ਟਾਈਮ ਆਫ ਫਾਦਰ ਜਿਹੜੀ ਇਨਕਮ ਉਹਦੇ ਫਾਦਰ ਨੂੰ ਐਂਸੈਸਟਰਲ ਪ੍ਰੋਪਰਟੀ ਤੋਂ ਹੋਊਗੀ ਉਹ ਉਹਦੀ ਇੰਡੀਵਿਜੂਅਲ ਇਨਕਮ 'ਚ ਇਨਕਲੂਡ ਕੀਤੀ ਜਾਊਗੀ ਫਾਦਰ ਦੀ 'ਚ। ਜਦੋਂ ਫਾਦਰ ਦੀ ਡੈਥ ਹੋਗੀ ਤਾਂ ਕੋ ਪਰਸਨਰ ਦਾ ਸ਼ੇਅਰ ਦੇਖਿਆ ਜਾਊਗਾ ਕਿਹਦਾ ਕਿੰਨਾ ਆ ਅਤੇ ਉਹਦੇ ਮੁਤਾਬਿਕ ਡਿਵਾਈਡ ਕਰ ਦਿੱਤਾ ਜਾਊਗਾ। ਔਰ ਇਸ ਸਕੂਲ ਦੇ ਵਿੱਚ ਫੀਮੇਲ ਵੀ ਮੈਂਬਰ ਹੁੰਦੇ ਆ, ਜਦ ਕਿ ਉੱਪਰ ਵਾਲੇ 'ਚ ਫੀਮੇਲ ਕਦੇ ਮੈਂਬਰ ਨਹੀਂ ਸੀ ਬਣਦੀਆਂ। ਕੋ ਪਰਸਨਰੀ ਉਦੋਂ ਐਗਜ਼ਿਸਟ ਹੁੰਦੇ ਆ ਚਾਹੇ ਇਕੱਲੀ ਫੀਮੇਲ ਰਹਿ ਜਾਏ ਤਾਂ ਵੀ ਕੋ ਪਰਸਨਰੀ ਐਗਜ਼ਿਸਟ ਕਰਨਗੇ। 'ਚ ਅਨਮੈਰਿਡ ਡਾਟਰ ਆਉਂਦੇ ਨੇ, ਵਿਡੋਜ਼ ਆਉਂਦੀਆਂ ਨੇ, ਔਰ ਇਸ ਤੋਂ ਇਲਾਵਾ ਅਗਰ ਫਾਦਰ ਦਾ ਓਨਲੀ ਸਨ ਆ ਤਾਂ ਫਿਰ ਉਹ ਐਜ਼ ਅ ਇੰਡੀਵਿਜੂਅਲ ਟੈਕਸ ਪੇ ਕਰੂਗਾ। ਇਹ ਸਾਰੀਆਂ ਚੀਜ਼ਾਂ ਮਿਤਾਕਸ਼ਰਾ ਅਤੇ ਦਬੱਗਿਆ ਸਕੂਲ ਦੇ ਵਿੱਚ ਨੇ। ਬੇਸਿਕਲੀ ਇਹ ਥਰੈਟੀਕਲ ਨੇ, ਪ੍ਰੈਕਟੀਕਲੀ ਇਹਦਾ ਕੋਈ ਖਾਸ ਯੂਜ਼ ਨਹੀਂ ਆਊਗਾ। ਰੈਜ਼ੀਡੈਂਸ ਆਫ HUF 'ਚ ਕੀ ਆ, ਜਿਹੜਾ ਆਪਾਂ ਰੈਜ਼ੀਡੈਂਸ਼ੀਅਲ ਸਟੱਡੀਜ਼ ਚੈਪਟਰ ਪੜ੍ਹੇ ਸੀ ਉਹੀ ਹੈ। ਰੈਜ਼ੀਡੈਂਟ ਦੇ ਲਈ ਆਪਾਂ ਕੀ ਦੇਖਣਾ ਕਿ ਜਿਹੜਾ ਕਰਤਾ ਆ ਉਹ ਇੰਡੀਆ 'ਚ ਰਹਿ ਰਿਹਾ ਜਾਂ ਇੰਡੀਆ ਤੋਂ ਨਹੀਂ, ਸੌਰੀ ਗਲਤ ਕਰ ਲਿਆ। ਰੈਜ਼ੀਡੈਂਟ ਕੀ ਆਪਾਂ ਇਹ ਦੇਖਣਾ ਕਿ ਜਿਹੜੀ ਮੈਨੇਜਮੈਂਟ ਅਤੇ ਕੰਟਰੋਲ ਆ ਉਹ ਇੰਡੀਆ 'ਚ ਜਾਂ ਇੰਡੀਆ ਤੋਂ ਬਾਹਰ ਆ। ਜੇ ਤਾਂ ਇੰਡੀਆ ਤੋਂ ਬਾਹਰ ਆ ਤਾਂ NRI ਹੈ, ਜੇ ਇੰਡੀਆ 'ਚ ਆ ਤਾਂ ਰੈਜ਼ੀਡੈਂਟ ਆ। ਸਮਝ ਗਏ। ਅਗਰ
HUF ਦਾ ਕੰਟਰੋਲ ਇੰਡੀਆ 'ਚ ਆ, ਕੰਟਰੋਲ ਤੇ ਮੈਨੇਜਮੈਂਟ, ਤਾਂ ਉਹ ਰੈਜ਼ੀਡੈਂਟ ਆ। ਪਰ ਜੇ ਕੰਟਰੋਲ ਤੇ ਮੈਨੇਜਮੈਂਟ ਇੰਡੀਆ ਤੋਂ ਬਾਹਰ ਆ ਤਾਂ ਉਹ NRI ਆ, ਜਾਣੀ ਕਿ ਨਾਨ ਰੈਜ਼ੀਡੈਂਟ। ਨਾਟ ਆਰਡੀਨਰੀ ਰੈਜ਼ੀਡੈਂਟ ਦੇ ਲਈ ਆਪਾਂ ਕਰਤਾ ਦੇਖਣਾ ਸੀ। ਅਗਰ ਕਰਤਾ ਪਿਛਲੇ 10 ਚੋਂ 2 ਸਾਲ ਤੇ 7 ਚੋਂ 730 ਦਿਨ ਇੰਡੀਆ 'ਚ ਰਿਹਾ ਤਾਂ ਆਰਡੀਨਰੀ ਰੈਜ਼ੀਡੈਂਟ ਆ। ਪਰ ਜੇ ਤੋਂ ਘੱਟ ਰਿਹਾ, ਜਾਣੀ ਕਿ 2 ਸਾਲਾਂ ਦੀ ਥਾਂ ਤੇ 1 ਸਾਲ ਇੰਡੀਆ 'ਚ ਰਿਹਾ ਜਾਂ 730 ਦਿਨ ਤੋਂ ਘੱਟ ਦਿਨ ਰਿਹਾ, ਤੇ ਇਸ ਕੇਸ ਦੇ ਵਿੱਚ ਉਹ ਨਾਟ ਆਰਡੀਨਰੀ ਰੈਜ਼ੀਡੈਂਟ ਆ। ਠੀਕ ਆ। ਉਸ ਤੋਂ ਇਲਾਵਾ ਕੰਪੂਟੇਸ਼ਨ ਆਫ ਟੋਟਲ ਇਨਕਮ ਕਿਵੇਂ ਕਰਨੀ ਹੈ, ਤੁਸੀਂ 5 ਦੇ 5 ਹੈਡ ਆ ਜਿਹੜੇ ਉਹ ਕਲੱਬ ਕਰ ਲੈਣੇ। ਇਨਕਮ ਹਾਊਸ ਪ੍ਰਾਪਰਟੀ ਉਹਦੀ ਕਿੰਨੀ ਹੈ HUF ਦੀ, ਬਿਜ਼ਨਸ 'ਚ ਕਿੰਨੇ, ਕੈਪੀਟਲ ਗੇਨ ਕਿੰਨਾ, ਅਦਰ ਸੋਰਸ। ਸੈਲਰੀ ਹੈਡ ਆਉਣਾ ਨਹੀਂ ਕਿਉਂਕਿ HUF ਸੈਲਰੀ ਨਹੀਂ ਲੈ ਸਕਦਾ। HUF ਇੱਕ ਇੰਸਟੀਟਿਊਸ਼ਨ ਆ ਜਾਂ ਕਹਿ ਲਓ ਇੱਕ ਤਰ੍ਹਾਂ ਦੀ ਐਸੋਸੀਏਸ਼ਨ ਹੈ। ਕਲੱਬਿੰਗ ਦੀ ਪ੍ਰੋਵੀਜ਼ਨ ਕੀ ਹੈ ਕਿ ਟ੍ਰਾਂਸਫਰ ਆਫ ਇਨਕਮ ਵੇਅਰ ਦੇयर इज ए नो ट्रांसफर ऑफ एसेट, मतलब मैं एसेट ट्रांसफर करता बट सॉरी मैं इनकम ट्रांसफर करती, एसेट ट्रांसफर नहीं किया। इस केस ਦੇ ਵਿੱਚ ਵੀ ਜਿਹੜੀ ਇਨਕਮ ਆ ਉਹ HUF 'ਚ ਕਲੱਬ ਹੋਊਗੀ। ਜਾਂ ਜਿਹੜਾ HUF ਨੇ ਟ੍ਰਾਂਸਫਰ ਕੀਤਾ ਉਹ ਰੈਵੋਕੇਬਲ, ਆਪਾਂ ਐਗਰੀਗੇਸ਼ਨ ਵਾਲਾ ਚੈਪਟਰ ਕੀਤਾ ਨਾ ਉਹੀ ਹੈ। ਅਗਰ ਉਹ ਰੈਵੋਕੇਬਲ ਹੈ ਇਸ ਕੇਸ ਦੇ ਵਿੱਚ ਵੀ ਜਿਹੜੀ ਇਨਕਮ ਆ HUF ਦੀ ਮੰਨੀ ਜਾਊਗੀ। ਅਗਰ ਇੰਡੀਵਿਜੂਅਲ ਨੇ ਸੈਲਫ ਐਕਵਾਇਰਡ ਪ੍ਰਾਪਰਟੀ HUF 'ਚ ਕਨਵਰਟ ਕਰਤੀ ਜਿਸ 'ਚੋਂ ਮੈਂਬਰ ਹੈ, ਇਸ ਕੇਸ ਦੇ ਵਿੱਚ ਵੀ ਜਿਹੜੀ ਇਨਕਮ ਆ HUF ਦੀ ਮੰਨੀ ਜਾਊਗੀ। ਉਸ ਤੋਂ ਬਾਅਦ ਪ੍ਰੋਵੀਜ਼ਨਸ ਨੇ, ਡਿਡਕਸ਼ਨਾਂ ਕਿਹੜੀਆਂ ਕਿਹੜੀਆਂ ਲੈ ਸਕਦਾ ਆ ਉਹ ਜਸਟ ਰੀਡ ਕਰ ਲਿਓ ਕਿਉਂਕਿ ਕੁਝ ਸਮਝਾਉਣ ਵਾਲਾ ਕੁਝ ਨਹੀਂ ਹੈਗਾ। ਉਸ ਤੋਂ ਬਾਅਦ ਆ ਗਿਆ ਅਸੈਸਮੈਂਟ ਆਫ ਹਿੰਦੂ ਅਨਡਿਵਾਈਡਡ ਫੈਮਿਲੀ ਦੇ ਲਈ ਕੁਝ ਪ੍ਰੋਵੀਜ਼ਨਸ ਨੇ। ਜਿਹੜੀ ਸ਼ੇਅਰ ਆਫ ਇਨਕਮ ਆ, ਕੁਝ ਪੁਆਇੰਟ ਨੇ ਇਹ ਯਾਦ ਰੱਖਣੇ ਨੇ। ਸ਼ੇਅਰ ਆਫ ਇਨਕਮ ਜਿਹੜੀ ਰਿਸੀਵ ਕੀਤੀ ਜਾਊਗੀ ਮੈਂਬਰ ਦੇ ਦੁਆਰਾ ਫਰੋਮ HUF, ਇਸ ਕੇਸ ਦੇ ਵਿੱਚ ਜਿਹੜੀ ਉਹ ਇਨਕਮ ਆ ਉਹਦੀ ਜਿਹੜੀ ਇਨਕਮ ਆ ਉਹ ਉਹਦੇ ਹੈਂਡ ਦੇ ਵਿੱਚ ਟੈਕਸੇਬਲ ਨਹੀਂ ਹੋਊਗੀ। ਮਤਲਬ ਮੰਨ ਲਓ HUF ਨੂੰ ਪ੍ਰੋਫਿਟ ਹੋਇਆ 40,000, ਮੇਰਾ ਸ਼ੇਅਰ ਸੀ 10,000, ਤਾਂ ਮੇਰਾ ਜਿਹੜਾ 10,000 ਆ ਉਹ ਮੇਰੇ ਹੈਂਡ ਦੇ ਵਿੱਚ ਐਗਜ਼ੈਂਪਟਡ ਹੈ ਕਿਉਂਕਿ HUF ਉਹ ਤੇ ਆਲਰੇਡੀ ਟੈਕਸ ਪੇ ਕਰ ਚੁੱਕਿਆ ਹੈ। ਠੀਕ ਹੈ। ਅਗਰ HUF ਨੇ ਟੈਕਸ ਪੇ ਨਹੀਂ ਕੀਤਾ ਫਿਰ ਮੈਨੂੰ ਟੈਕਸ ਦੇਣਾ ਪਊਗਾ। ਇਨਕਮ ਰਿਸੀਵਡ ਬਾਈ ਮੈਂਬਰ ਫਰੋਮ ਐਸੈਟ ਵਿਚ ਇਜ਼ ਪ੍ਰੀਵੀਅਸਲੀ ਓਨਡ ਬਾਈ ਹਿਮ ਬਟ ਹੁਣ ਉਹ ਕਾਮਨ ਪੂਲ 'ਚ ਚਲੇ ਗਿਆ। ਕੋਈ ਵੀ ਐਸੈਟ ਜਿਹੜਾ ਪਹਿਲਾਂ ਉਹ ਇੰਡੀਵਿਜੂਅਲ ਦੇ ਕੋਲ ਆਪਦੇ ਕੋਲ ਸੀਗਾ, ਉਹਨੇ ਆਪਣੀ ਪਰਸਨਲ ਇਨਕਮ 'ਚੋਂ ਲਿਆ ਸੀ ਬਟ ਹੁਣ ਉਹਨੇ ਕਾਮਨ ਪੂਲ 'ਚ ਪਾਤਾ। ਬੇਸ਼ੱਕ ਉਹਨੇ ਕਾਮਨ ਪੂਲ 'ਚ ਪਾਤਾ, ਇਸ ਕੇਸ ਦੇ ਵਿੱਚ ਜਿਹੜੀ ਉਹਦੀ ਇਨਕਮ ਹੈ ਇੰਡੀਵਿਜੂਅਲ ਇਨਕਮ ਮੰਨੀ ਜਾਊਗੀ, HUF ਦੀ ਨਹੀਂ ਮੰਨਣੀ। ਠੀਕ ਆ। ਅਗਰ ਸੈਲਰੀ ਪੇ ਕੀਤੀ ਜਾਂਦੀ ਹੈ HUF ਦੇ ਵਿੱਚੋਂ ਔਰ ਉਹ ਮੈਂਬਰ ਵਾਕਈ ਸਰਵਿਸ ਰੈਂਡਰ ਕਰ ਰਿਹਾ ਤਾਂ ਉਹ ਸੈਲਰੀ ਅਲਾਉਡ, ਮਤਲਬ ਡਿਡਕਟ ਕਰ ਸਕਦੇ ਆਪਾਂ ਪ੍ਰੋਫਿਟ ਐਂਡ ਗੇਨ 'ਚ। ਅਗਰ ਕੋਈ ਮੈਂਬਰ ਆਪਣਾ ਕੋਈ ਬਿਜ਼ਨਸ ਕੈਰੀ ਆਊਟ ਕਰ ਰਿਹਾ ਤੇ ਉਹਦੇ ਲਈ ਉਹਨੇ ਇਨਕਮ ਆਪਣੀ ਪ੍ਰੋਵਾਈਡ ਕੀਤੀ ਸੀ ਜਾਂ ਉਹਨੇ HUF 'ਚੋਂ ਲਈ ਸੀ, ਇਹ ਮੈਟਰ ਨਹੀਂ ਕਰਦਾ। ਜਿਹੜੀ ਉਹਨੇ ਆਪ ਬਿਜ਼ਨਸ ਰਨ ਕੀਤਾ ਹੋਇਆ, ਆਪਦੇ ਨਾਮ ਤੇ ਰਨ ਕੀਤਾ ਕਿਸੇ ਇੰਡੀਵਿਜੂਅਲ ਨੇ, ਉਹਦੀ ਇਨਕਮ ਮੰਨੀ ਜਾਊਗੀ, HUF ਦੀ ਨਹੀਂ ਮੰਨਣੀ। ਔਰ ਜ਼ਰੂਰੀ ਨਹੀਂ ਕਿ ਹਿੰਦੂ ਅਨਡਿਵਾਈਡਡ ਫੈਮਿਲੀ 'ਚ ਜੈਨ ਹਿੰਦੂ ਹੀ ਹੋਣਗੇ, ਕੋਈ ਜੈਨ ਫੈਮਿਲੀ ਵੀ ਹਿੰਦੂ ਅਨਡਿਵਾਈਡਡ ਫੈਮਿਲੀ ਬਣਾ ਸਕਦੇ, ਸਿੱਖ ਵੀ ਬਣਾ ਸਕਦੇ, ਬੁੱਧਿਸਟ ਵੀ ਬਣਾ ਸਕਦੇ ਨੇ। ਉਸ ਤੋਂ ਇਲਾਵਾ ਕੋਈ ਗਿਫਟ ਦਿੱਤਾ ਉਹਨੇ ਪ੍ਰੋਪਰਟੀ ਹਿੰਦੂ ਅਨਡਿਵਾਈਡਡ ਫੈਮਿਲੀ 'ਚੋਂ ਆਪਣੀ ਵਾਈਫ ਨੂੰ, ਅਗਰ ਤਾਂ ਉਹ ਬੋਨਾਫਾਈਡ ਟ੍ਰਾਂਸਫਰ ਆ ਤਾਂ ਜਿਹੜੀ ਇਨਕਮ ਆ ਬਿਲੋਂਗ ਕਰੂਗੀ ਵਾਈਫ ਨੂੰ। ਅਗਰ ਉਹ ਟ੍ਰਾਂਸਫਰ ਨਹੀਂ ਕੀਤਾ, ਸਿਰਫ ਇਨਕਮ ਟ੍ਰਾਂਸਫਰ ਕੀਤੀ, ਇਸ ਕੇਸ ਦੇ ਵਿੱਚ ਜਿਹੜਾ ਇਨਕਮ ਆ ਉਹ HUF ਦੀ ਹੋਊਗੀ। ਅਗਰ ਡੈਥ ਹੋ ਜਾਂਦੀ ਹੈ ਤਾਂ ਜਿਹੜਾ ਲੀਗਲ ਰਿਪਰੈਜ਼ੈਂਟੇਟਿਵ ਹੋਊਗਾ ਉਹਦੀ ਇਨਕਮ ਮੰਨੀ ਜਾਊਗੀ। ਉਸ ਤੋਂ ਬਾਅਦ ਲਿਖਿਆ ਇਨ ਕੇਸ ਕੋਈ ਵੀ HUF ਜਿਹੜਾ ਹੋਲਡ ਕਰ ਰਿਹਾ ਸ਼ੇਅਰ ਕੰਪਨੀ ਦੇ ਵਿੱਚ ਤੇ ਉਹਨੇ ਕਿਸੇ ਮੈਂਬਰ ਨੂੰ ਲੋਨ ਦਿੱਤਾ, ਮੰਨ ਲਓ HUF ਨੇ ਕਿਸੇ ਕੰਪਨੀ 'ਚ ਸ਼ੇਅਰ ਹੋਲਡ ਕੀਤੇ ਹੋਏ ਆ ਔਰ ਉਸ ਕੰਪਨੀ ਨੇ HUF ਦੇ ਕਿਸੇ ਮੈਂਬਰ ਨੂੰ ਲੋਨ ਦਿੱਤਾ ਤੇ ਜਿਹੜੀ ਲੋਨ ਅਮਾਊਂਟ ਦਿੱਤੀ ਉਹਨੂੰ ਡੀਮਡ ਡਿਵੀਡੈਂਡ ਨਹੀਂ ਮੰਨਿਆ ਜਾਊਗਾ ਕਿਉਂਕਿ ਉਹ ਇੰਡੀਵਿਜੂਅਲ ਮੈਂਬਰ ਨੇ ਲਿਆ ਔਰ ਸ਼ੇਅਰ ਐਜ਼ ਅ HUF ਇਨਕਲੂਡ ਕੀਤੇ ਗਏ ਨੇ। ਇਹ ਇੰਪੋਰਟੈਂਟ ਪੁਆਇੰਟ ਆ, ਧਿਆਨ ਰੱਖਣੇ ਆ। ਉਸ ਤੋਂ ਬਾਅਦ ਉਹਨੇ ਟੋਟਲ ਪਾਰਟੀਸ਼ਨ ਲਿਖਿਆ ਤੇ ਪਾਰਸ਼ਲ ਪਾਰਟੀਸ਼ਨ ਲਿਖਿਆ। HUF ਜੇ ਟੋਟਲ ਪਾਰਟੀਸ਼ਨ ਹੁੰਦੇ ਉਸੇ ਚੀਜ਼ ਨੂੰ ਮੰਨਿਆ, ਪਾਰਸ਼ਲ ਪਾਰਟੀਸ਼ਨ ਨੂੰ ਇਨਕਮ ਟੈਕਸ ਮੰਨਦੇ ਹੀ ਨਹੀਂ। ਠੀਕ ਆ। ਇਟ ਮੀਨਸ ਫਿਜ਼ੀਕਲ ਪਾਰਟੀਸ਼ਨ ਹੋਗੀ ਪ੍ਰੋਪਰਟੀ ਦੀ, ਸਿਰਫ ਇਨਕਮ ਦੀ ਡਿਵੀਜ਼ਨ ਹੋਗੀ, ਪ੍ਰੋਪਰਟੀ ਟ੍ਰਾਂਸਫਰ ਵੀ ਕੀਤੀ ਜਾਊਗੀ। ਅਗਰ ਸਿਰਫ ਇਨਕਮ ਦੀ ਡਿਵੀਜ਼ਨ ਹੋਈ ਹੈ ਤਾਂ ਇਸ ਨੂੰ ਪਾਰਟੀਸ਼ਨ ਨਹੀਂ ਮੰਨਦੇ। ਜਿਵੇਂ 40,000 'ਚ ਮੈਂ ਕਹਿੰਦਾ ਸੀ ਮੇਰਾ 10,000 ਸ਼ੇਅਰ ਆ ਤਾਂ ਉਸੇ ਆਪਸ 'ਚ ਇਨਕਮ ਡਿਵਾਈਡ ਕਰ ਲਈ ਤਾਂ ਉਹ ਵੀ ਪਾਰਟੀਸ਼ਨ ਨਹੀਂ ਕਿ ਪਾਰਟੀਸ਼ਨ ਦਾ ਮਤਲਬ ਫਿਜ਼ੀਕਲੀ ਪ੍ਰੋਪਰਟੀ ਸਾਰੀ ਜਿਹੜੀ ਪਾਰਟਨਰਸ 'ਚ ਡਿਵਾਈਡ ਹੋਊਗੀ। ਜਦੋਂ ਇਹ ਫਿਜ਼ੀਕਲ ਡਿਵੀਜ਼ਨ ਹੋਊਗੀ ਤਾਂ ਆਪਣਾ ਜਿਹੜੀ ਇਨਕਮ ਆ ਉਹ HUF ਦੀ ਤਰ੍ਹਾਂ ਟਰੀਟ ਨਹੀਂ ਕੀਤੀ ਜਾਊਗੀ, ਜਿਸ ਪਰਸਨ ਨੂੰ ਇਨਕਮ ਹੋਊਗੀ ਉਸੇ ਦੀ ਮੰਨੀ ਜਾਊਗੀ। ਜੇ ਪਾਰਟੀਸ਼ਨ ਪਾਰਸ਼ਲ ਆ ਤਾਂ ਜਿਹੜੀ ਇਨਕਮ ਆ ਉਹ HUF ਦੀ ਹੀ ਮੰਨੀ ਜਾਊਗੀ। ਪਾਰਸ਼ਲ ਪਾਰਟੀਸ਼ਨ ਦੇ ਵਿੱਚ ਜਿਹੜੀ ਇਨਕਮ ਇੰਡੀਵਿਜੂਅਲ ਨੂੰ ਮਿਲਦੀ ਹੈ ਉਹ ਇੰਡੀਵਿਜੂਅਲ ਦੀ ਨਹੀਂ ਮੰਨੀ ਜਾਂਦੀ, HUF ਦੀ ਹੀ ਮੰਨੀ ਜਾਂਦੀ ਹੈ। ਠੀਕ ਆ। ਅਸੈਸਮੈਂਟ ਆਫ ਪਾਰਟੀਸ਼ਨ ਹੋਈ ਜਾਂ ਨਹੀਂ ਇਹ ਇਨਕਮ ਟੈਕਸ ਆਫਿਸਰ ਨੇ ਦੇਖਣਾ। ਜਦੋਂ ਸੈਟਿਸਫਾਈ ਆ ਵੀ ਹਾਂ ਪਾਰਟੀਸ਼ਨ ਹੋ ਗਈ ਹੈ ਤਾਂ ਉਹ ਇੰਡੀਵਿਜੂਅਲ ਦੇ ਤੌਰ 'ਤੇ ਇਨਕਮ ਨੂੰ ਟਰੀਟ ਕਰੂਗਾ, ਅਗਰ ਪਾਰਟੀਸ਼ਨ ਉਹਨੂੰ ਲੱਗਦਾ ਨਹੀਂ ਹੋਈ ਤਾਂ HUF ਦੇ ਤੌਰ 'ਤੇ ਟਰੀਟ ਕਰੂਗਾ। ਠੀਕ ਹੈ। ਇੱਕ ਇੰਪਾਰਸ਼ਲ ਸਟੇਟ ਆਉਂਦੀ ਹੈ। ਇੰਪਾਰਸ਼ਲ ਸਟੇਟ ਦਾ ਮਤਲਬ ਕੀ ਹੁੰਦਾ ਹੈ ਕਿ ਜਿਸ ਪ੍ਰੋਪਰਟੀ ਨੂੰ ਡਿਵਾਈਡ ਨਹੀਂ ਕੀਤਾ ਜਾਂਦਾ। ਇਸ ਕੇਸ ਦੇ ਵਿੱਚ ਜਿਸ ਪਰਸਨ ਕੋਲੇ ਉਹ ਪ੍ਰੋਪਰਟੀ ਹੋਊਗੀ
ਠੀਕ ਆ, ਉਹੀ ਪਰਸਨ ਦੀ ਕੋਈ ਇਨਕਮ ਮੰਨੀ ਜਾਊਗੀ, ਇਹ ਐਚਯੂਐਫ ਦੇ ਵਿੱਚ ਇਨਕਲੂਡ ਨਹੀਂ ਹੁੰਦੀ। ਹੁਣ ਇੱਥੇ ਇੱਕ ਉਹਨੇ ਐਗਜ਼ਾਮਪਲਾਂ ਲਿਖੀਆਂ ਨੇ ਕਿ ਕਿਹੜੀ ਪ੍ਰੋਪਰਟੀ ਨੂੰ ਅਸੀਂ ਫੈਮਿਲੀ ਦੀ ਪ੍ਰੋਪਰਟੀ ਜਾਂ ਫੈਮਿਲੀ ਇਨਕਮ ਟ੍ਰੀਟ ਨਹੀਂ ਕਰਨਾ। ਅਗਰ ਕਿਸੇ ਬੰਦੇ ਨੇ ਇੰਡੀਵਿਜੂਅਲ ਕਪੈਸਿਟੀ 'ਚ ਕੋਈ ਇਨਕਮ ਅਰਨ ਕੀਤੀ ਹੈ, ਅਗਰ ਉਹ ਕਿਤੇ ਜੌਬ ਕਰਕੇ ਇਨਕਮ ਅਰਨ ਕਰ ਰਿਹਾ, ਅਗਰ ਕੋਈ ਇੰਪਾਰਸ਼ੀਅਲ ਸਟੇਟ ਦੇ ਜਿਸ ਪਰਸਨ ਕੋਲੇ ਉਹ ਪ੍ਰੋਪਰਟੀ ਉਹ ਓਨਰ ਮੰਨਿਆ ਜਾਊਗਾ। ਅਗਰ ਕੋਈ ਬੰਦਾ ਆਪਣੀ ਇੰਡੀਵਿਜੂਅਲ ਕਪੈਸਿਟੀ 'ਚ ਬਿਜ਼ਨਸ ਕੈਰੀ ਆਊਟ ਕਰ ਰਿਹਾ ਹੈ ਤਾਂ ਉਹ ਜਿਹੜੀ ਉਸ ਬਿਜ਼ਨਸ ਤੋਂ ਇਨਕਮ ਹੋਊਗੀ ਤਾਂ ਉਹ ਇੰਡੀਵਿਜੂਅਲ ਦੀ ਮੰਨੀ ਜਾਊਗੀ। ਇਹ ਮੈਟਰ ਨਹੀਂ ਕਰਦਾ ਕਿ ਉਹਦੇ ਲਈ ਉਹਨੇ ਫੰਡ ਕਿੱਥੋਂ ਰੇਜ਼ ਕੀਤਾ ਆ। ਅਤੇ ਇਸ ਤੋਂ ਇਲਾਵਾ ਅਗਰ ਡੈਥ ਤੋਂ ਬਾਅਦ ਇੱਕੋ ਹੀ ਬੰਦਾ ਰਹਿ ਜਾਂਦਾ, ਮੇਲ ਮੈਂਬਰ ਜਿਹੜਾ ਸਰਵਾਈਵ ਕਰਿਆ, ਇਸ ਕੇਸ ਦੇ ਵਿੱਚ ਜਿਹੜੀ ਇਨਕਮ ਆ ਇੰਡੀਵਿਜੂਅਲ ਦੀ ਮੰਨੀ ਜਾਂਦੀ ਹੈ। ਇਨਕਮ ਆਫ ਮੈਂਬਰ ਜੇ ਉਹ ਕਿਸੇ ਹੋਰ ਫਰਮ ਦੇ ਵਿੱਚ ਐਜ਼ ਅ ਪਾਰਟਨਰ ਕੰਮ ਕਰਕੇ ਪ੍ਰੋਫਿਟ ਅਰਨ ਕਰ ਰਿਹਾ ਆ, ਉਸ ਕੇਸ ਦੇ ਵਿੱਚ ਵੀ ਜਿਹੜੀ ਇਨਕਮ ਆ ਉਹ ਮੈਂਬਰ ਦੀ ਮੰਨੀ ਜਾਊਗੀ, ਫਰਮ ਦੀ ਨਹੀਂ ਮੰਨੀ। ਠੀਕ ਆ, ਉਸ ਤੋਂ ਬਾਅਦ ਜਿਹੜਾ ਆਪਣਾ ਇੱਕ ਟੌਪਿਕ ਆ ਉਹ ਆਪਾਂ ਨੈਕਸਟ ਲੈਕਚਰ 'ਚ ਕਰ ਲਾਂਗੇ।